ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੇ ਮੇਰਾ ਸਾਥ ਦਿੰਦੇ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ। ਸੋ ਉਹਨਾਂ ਨਾਲ ਫਤਿਹ ਦੀ ਪਾਉਂਦੇ ਹਾਂ ਸਾਂਝ ਤੇ ਕੁਝ ਅਹਿਮ ਖਬਰਾਂ ਦੇ ਉੱਤੇ ਅੱਜ ਕਰਦੇ ਹਾਂ ਗੱਲਬਾਤ, ਕਿਉਂਕਿ ਅੱਜ ਦੀ ਗੱਲਬਾਤ ਬੜੀ ਇੰਟਰਸਟਿੰਗ ਰਹਿਣ ਵਾਲੀ ਆ। ਬਹੁਤ ਹੀ ਜ਼ਬਰਦਸਤ ਗੱਲਾਂ ਜਿਹੜੀਆਂ ਆ ਅੱਜ ਉਹਨਾਂ ਦੇ ਉੱਤੇ ਚਰਚਾ ਹੋਣੀ ਆ। ਸੋ ਪੱਟੀ ਸਾਹਿਬ ਨਾਲ ਪਹਿਲਾਂ ਫਤਿਹ ਦੀ ਸਾਂਝ ਪਾਈਏ ਤੇ ਫਿਰ ਸ਼ੁਰੂਆਤ ਕਰਦੇ ਹਾਂ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੱਟੀ ਸਾਹਿਬ, ਹਰਸਿਮਰਤ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਆਮੋ ਸਾਹਮਣੇ ਨੇ। ਜਲ੍ਹਿਆਂਵਾਲੇ ਬਾਗ ਦੀ ਗੱਲ ਕਰੀਏ ਤਾਂ ਉੱਥੇ ਹੋਏ ਹਮਲੇ ਨੂੰ ਲੈ ਕੇ ਜੋ ਗੱਲਬਾਤ ਚੱਲ ਰਹੀ ਆ ਉਹ, ਤੇ ਉਸ ਤੋਂ ਬਾਅਦ ਦੇ ਵਿੱਚ ਭਗਵੰਤ ਮਾਨ ਦੀ ਗੱਲ ਕਰਾਂ ਤਾਂ ਭਗਵੰਤ ਮਾਨ ਨੇ ਹਰਸਿਮਰਤ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੋਵਾਂ ਨੂੰ ਚੰਗੇ ਰਗੜੇ ਜਿਹੜੇ ਆ ਉਹ ਲਾਏ ਆ। ਸੋ ਤੁਸੀਂ ਕਿਵੇਂ ਦੇਖਦੇ ਹੋ ਪਾਰਲੀਮੈਂਟ ਦੇ ਵਿੱਚ ਜਿਹੜੀ ਬਹਿਸ ਹੋਈ ਆ ਉਸ ਨੂੰ? ਜਲ੍ਹਿਆਂਵਾਲੇ ਬਾਗ ਦੀ ਜੇ ਗੱਲ ਕਰ ਲਈ ਜਾਵੇ ਜੀ, ਜਲ੍ਹਿਆਂਵਾਲਾ ਸਾਡਾ ਇੱਕ ਬੜਾ ਇਤਿਹਾਸਕ ਅਤੇ ਖੂਨੀ ਸਾਕੇ ਵਾਲਾ ਬਾਗ ਜੀ। 1919 ਜਿਹੜਾ ਸਾਕਾ ਹੋਇਆ ਇੱਥੇ, ਉਹ ਇੱਕ ਬੜਾ ਘਿਨਾਉਣਾ ਸਾਕਾ ਸੀ ਜੀ। ਅਤੇ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਅਤੇ 1951 ਦੇ ਵਿੱਚ ਇੱਕ ਜਿਹੜਾ ਸੀ ਇਹਦਾ ਟਰਸਟ ਬਣਾਇਆ ਗਿਆ ਅਤੇ ਕਾਂਗਰਸ ਦਾ ਜ਼ੋਰ ਸੀਗਾ ਜੀ। ਅਤੇ ਕਾਂਗਰਸ ਨੇ ਇਹ ਕਹਿ ਦਿੱਤਾ ਵੀ ਜਿਹੜਾ ਵੀ ਕਾਂਗਰਸ ਦਾ ਪ੍ਰਧਾਨ ਕੌਮੀ ਪੱਧਰ 'ਤੇ ਹੋਊਗਾ ਉਹ ਇਹਦਾ 27 ਮੈਂਬਰ ਹੋਊਗਾ ਜੀ। ਜਿਹੜਾ ਪ੍ਰਧਾਨ ਮੰਤਰੀ ਹੋਊਗਾ ਉਹ ਇਹਦਾ ਚੇਅਰਪਰਸਨ ਜਾਂ ਚੇਅਰਮੈਨ ਹੋਊਗਾ ਜੀ। ਬਾਕੀ ਜਿਹੜਾ ਸਟੇਟ ਦਾ ਗਵਰਨਰ, ਸਟੇਟ ਦਾ ਮੁੱਖ ਮੰਤਰੀ ਤੇ ਇਹ ਸਾਰੇ ਜਿਹੜੇ ਉੱਥੋਂ ਦੇ ਉਹਦੇ ਮੈਂਬਰ ਹੋਣਗੇ ਜੀ। ਉਸ ਤੋਂ ਇਲਾਵਾ ਹੋਰ ਜਿਹੜੇ ਲੋਕਲ ਮੈਂਬਰ ਵੱਖਰੇ ਹੋਣਗੇ ਜੀ। ਸਵਾਲ ਇਹ ਪੈਦਾ ਹੁੰਦਾ ਵਾ ਵੀ ਹੁਣ ਇਹਨਾਂ ਨੇ ਸੋਧ ਬਿੱਲ ਪਾਸ ਕੀਤਾ, ਜਲ੍ਹਿਆਂਵਾਲਾ ਰਾਸ਼ਟਰੀ ਸਮਾਰਕ ਸੋਧ ਬਿੱਲ। ਇਹ ਬਿੱਲ ਦੇ ਵਿੱਚ ਉਹਨਾਂ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਵੀ ਜਿਹੜੀ ਪਿਛਲੇ ਕਰੀਬ ਵੇਖੋ 60 ਸਾਲ ਤੋਂ ਕਰੀਬ 65 ਸਾਲ ਤੋਂ ਤੁਰੀ ਆ ਰਹੀ ਸੀ ਇਹਦੀ ਆਪਣੇ ਦੀ ਕਾਂਗਰਸ ਦੇ ਪ੍ਰਧਾਨ ਦੀ 27 ਮੈਂਬਰਸ਼ਿਪ, ਬਿਲਕੁਲ ਉਹਨੂੰ ਖਤਮ ਕੀਤਾ। ਉਹਨੂੰ ਖਤਮ ਕਰਕੇ ਉਹਨਾਂ ਨੇ ਕਿਹਾ ਜੀ ਹੁਣ ਜਲ੍ਹਿਆਂਵਾਲੇ ਬਾਗ ਦਾ ਜਿਹੜਾ ਟਰਸਟ ਆ ਉਹ ਨਵੇਂ ਸਿਰੇ ਬਣਾਇਆ ਜਾਏਗਾ ਜੀ। ਨਵੇਂ ਸਿਰੇ ਬਣਾਇਆ ਜਾਏਗਾ, ਉਹ 'ਚ ਕੀ ਕਰਦੇ ਕੀ ਨਹੀਂ ਕਰਦੇ ਇਹ ਤੇ ਬਾਅਦ 'ਚ ਪਤਾ ਲੱਗੇਗਾ। ਲੇਕਿਨ ਹਾਲ ਦੀ ਕਰੀ ਜਲ੍ਹਿਆਂਵਾਲੇ ਬਾਗ ਦੇ ਟਰਸਟ ਨੂੰ ਲੈ ਕੇ ਕਾਂਗਰਸ, BJP ਜੀ, ਅਕਾਲੀ ਤੇ ਆਮ ਆਦਮੀ ਭਿੜ ਰਹੇ ਜੀ। ਕੱਲ੍ਹ ਜਿਹੜੀ ਬੀਬੀ ਹਰਸਿਮਰਤ ਕੌਰ ਬਾਦਲ ਆ ਉਹਨੇ ਜਲ੍ਹਿਆਂਵਾਲੇ ਬਾਗ ਦੇ ਕਾਂਡ 'ਤੇ ਟਿੱਪਣੀ ਕਰਦੇ ਹੋਇਆ ਕਿਹਾ ਜੀ, ਉਹਨੇ ਕਿਹਾ ਵੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਉਹਦੇ ਦਾਦੇ ਨੇ ਰਾਜਾ ਭੁਪਿੰਦਰ ਸਿੰਘ ਨੇ, ਮਹਾਰਾਜਾ ਭੁਪਿੰਦਰ ਸਿੰਘ ਨੇ ਜਲ੍ਹਿਆਂਵਾਲੇ ਬਾਗ ਤੋਂ ਬਾਅਦ ਇੱਕ ਪੱਤਰ ਲਿਖਿਆ ਸੀ ਅੰਗਰੇਜ਼ਾਂ ਨੂੰ, ਨਾਲੇ ਹੱਥ ਮਿਲਾਇਆ ਸੀ, ਨਾਲੇ ਸਨਮਾਨਿਤ ਕੀਤਾ ਸੀ ਵੀ ਤੁਸੀਂ ਬਹੁਤ ਚੰਗਾ ਕੀਤਾ ਜਲ੍ਹਿਆਂਵਾਲੇ ਬਾਗ 'ਤੇ ਅਟੈਕ ਕਰਕੇ ਜੀ। ਦੂਜੇ ਪਾਸੇ ਇਹਦਾ ਵਿਰੋਧ ਕਾਂਗਰਸ ਨੇ ਕੀਤਾ। ਬਾਅਦ 'ਚ ਕੈਪਟਨ ਦਾ ਬਿਆਨ ਆ ਗਿਆ ਜੀ ਮੇਰੇ ਦਾਦੇ ਨੇ ਕੁਛ ਨਹੀਂ ਕੀਤਾ, ਇਹਦੇ ਪੜਦਾਦੇ ਨੇ ਕੁਛ ਕੀਤਾ। ਬੇਸਿਕਲੀ ਦਾਦਾ ਕਹਿੰਦੇ ਉਹ ਪੜਦਾਦਾ ਸੀ ਬੀਬੀ ਹਰਸਿਮਰਤ ਕੌਰ ਬਾਦਲ, ਸਰ ਸੁਰਿੰਦਰ ਸਿੰਘ ਮਜੀਠੀਆ ਜੀ। ਸਰ ਦਾ ਖਿਤਾਬ ਉਸ ਟਾਈਮ 'ਤੇ ਉਹਨੂੰ ਦਿੱਤਾ ਜਾਂਦਾ ਸੀ ਜਿਹੜਾ ਅੰਗਰੇਜ਼ਾਂ ਦਾ ਟਾਊਟ ਹੁੰਦਾ ਸੀ, ਜਿਹੜਾ ਇਨਕਲਾਬੀਆਂ ਨੂੰ ਫੜਾਉਂਦਾ ਅਤੇ ਮਰਾਉਂਦਾ ਸੀਗਾ, ਉਹਨੂੰ ਸਰ ਦਿੱਤਾ ਜਾਂਦਾ ਸੀ, ਰਾਏ ਬਹਾਦਰ ਦਿੱਤਾ ਜਾਂਦਾ ਸੀਗਾ ਜੀ। ਅੱਜ ਵੀ ਇਤਿਹਾਸ ਗਵਾਹ ਸਰ ਸੁਰਿੰਦਰ ਸਿੰਘ ਮਜੀਠੀਆ ਨੂੰ ਜਿਹੜਾ ਖਿਤਾਬ ਮਿਲਿਆ ਸਰ ਦਾ, ਉਹ ਕਿਉਂ ਮਿਲਿਆ? ਇਸ ਕਰਕੇ ਜਿਹੜੇ ਇਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਿਹਾ ਜੀ ਮੇਰੇ ਨਹੀਂ, ਇਹਦੇ ਦਾਦੇ ਨੇ, ਬੇਸਿਕਲੀ ਪੜਦਾਦੇ ਨੇ ਜੀ, ਹਰਸਿਮਰਤ ਦੇ ਪੜਦਾਦੇ ਨੇ ਆਪਣੇ ਘਰ ਜਲ੍ਹਿਆਂਵਾਲੇ ਬਾਗ ਦੇ ਵਿੱਚ ਜਨਰਲ ਡਾਇਰ ਅਟੈਕ ਕਰਕੇ ਆਇਆ ਵਾ। ਉਹਨੂੰ ਰਾਤ ਦਾ ਖਾਣਾ ਵੀ ਖਵਾਇਆ ਤੇ ਵਿਦੇਸ਼ੀ ਵਿਸਕੀ ਵੀ ਪਿਆਈ ਜੀ, ਤੇ ਮੁਰਗ ਮਸਲਮ ਵੀ ਛਕਿਆ ਤੇ ਨਾਲ ਇਹ ਵੀ ਕਿਹਾ ਵੀ ਤੁਸੀਂ ਬਹੁਤ ਚੰਗਾ ਕੀਤਾ ਜੀ। ਤੇ ਅਗਲੇ ਦਿਨ ਸਰੂਪਾ ਵੀ ਦਵਾਇਆ ਉਹਨਾਂ ਨੂੰ ਅਕਾਲ ਤਖ਼ਤ ਤੋਂ ਜੀ। ਜੇ ਇਹਨਾਂ ਇਹ ਕੰਮ ਕੀਤੇ ਤੇ ਫਿਰ ਤੁਸੀਂ ਵੇਖ ਲਓ ਫੈਸਲਾ ਹੁਣ ਸੰਗਤਾਂ ਕਰੇਗੀ ਮੇਰਾ ਦਾਦਾ ਮਾੜਾ ਸੀ, ਇਹਦਾ ਦਾਦਾ ਮਾੜਾ ਸੀ। ਲੇਕਿਨ ਭਗਵੰਤ ਮਾਨ ਨੇ ਕੀ ਕੀਤਾ ਜੀ? ਭਗਵੰਤ ਮਾਨ ਉੱਠਿਆ, ਉਹ ਕਹਿੰਦਾ ਜਲ੍ਹਿਆਂਵਾਲਾ ਬਾਗ ਸਭ ਦਾ ਸਾਂਝਾ, ਇਹ ਸ਼ਹੀਦਾਂ ਦੀ ਧਰਤੀ ਆ ਜੀ। ਇਹ ਸ਼ਹੀਦਾਂ ਦੀ ਧਰਤੀ ਦੇ ਉੱਤੇ ਸਿਆਸਤ ਕਰਦਾ BJP ਨੂੰ, ਅਕਾਲੀ ਭਾਜਪਾ ਨੂੰ, ਆਪਣੇ ਨੂੰ ਕਾਂਗਰਸ ਨੂੰ ਕੋਈ ਅਧਿਕਾਰ ਨਹੀਂ। ਇਹਨਾਂ 'ਚ ਕੋਈ ਮੈਂਬਰ ਨਹੀਂ ਹੋਣਾ ਚਾਹੀਦਾ। BJP ਆਪਣੀ ਕੁਰਬਾਨੀ ਦੱਸਦੇ ਕੀ ਆ, ਬਾਦਲ ਪਰਿਵਾਰ ਆਪਣੀ ਕੁਰਬਾਨੀ ਦੱਸਦੇ ਕੀ ਆ, ਤੇ ਕਾਂਗਰਸ ਆਪਣੀ ਕੁਰਬਾਨੀ ਕੀ ਦੱਸਦੇ। ਉਹਨਾਂ ਨੇ ਜਿਹੜਾ ਸੀ ਜਦੋਂ ਇੰਨੀ ਗੱਲ ਕਹੀ, ਉਹਨੇ ਕਿਹਾ ਕੋਈ ਮੈਂਬਰ ਨਾ ਬਣਾਓ, ਮੈਂਬਰ ਉਹ ਲੋਕ ਬਣਾਓ ਜਿਹੜੇ ਵਾਰਸ ਨੇ। ਇਹਦੇ ਵਾਰਸ ਤੋਂ ਪਹਿਲ ਜਲ੍ਹਿਆਂਵਾਲਾ ਪੀੜਤ ਪਰਿਵਾਰ ਕਮੇਟੀ ਜਿਹੜੀ ਬਣੀ ਆ, ਅੱਜ ਤੱਕ ਨਾ ਉਹਨਾਂ ਦੀ ਮੰਗ 'ਤੇ ਕੋਈ ਗੌਰ ਫਰਮਾਇਆ ਗਿਆ ਵਾ, ਨਾ ਕਦੀ ਉਹ ਕਮੇਟੀ 'ਚ ਪਾਇਆ ਗਿਆ ਵਾ, ਨਾ ਉਹਨਾਂ ਦੀ ਗੱਲ ਸੁਣੀ ਗਈ ਜੀ।
ਬੀਬੀ ਹਰਸਿਮਰਤ ਕੌਰ ਨੇ ਹਮਲਾ ਕੀਤਾ ਕਾਂਗਰਸ ਤੇ, ਤੁਸੀਂ ਸਾਕਾ ਨੀਲਾ ਤਰਾ ਕਰਵਾਇਆ ਜੀ। ਉਹਨਾਂ ਨੇ ਅੱਗੋਂ ਬੇਦ ਵੀ ਕੱਢ ਕੇ ਰੱਖ ਦਿੱਤਾ। ਉਹਨਾਂ ਨੇ ਨਸ਼ਿਆਂ ਦਾ ਮੁੱਦਾ ਕੱਢ ਕੇ ਰੱਖਦਾ, ਨਸ਼ਿਆਂ ਦੇ ਪੋਸਟਰ ਲਹਿਰਾਏ ਵੀ ਆਹ ਜੋ ਕਰਤੂਤ ਤੁਸੀਂ ਪੰਜਾਬ 'ਚ ਖੋਲੀ ਵੇਖ ਲਓ ਤੁਸੀਂ ਜੀ। ਇਸ ਕਰਕੇ ਜਲ੍ਹਿਆਂਵਾਲੇ ਬਾਗ ਦਾ ਟਰਸਟ ਚੇਂਜ ਕੀਤਾ ਗਿਆ ਵਾ। ਕਰੋ, ਲੇਕਿਨ ਉਹ ਲੋਕ ਸ਼ਾਮਲ ਕਰੋ ਜਿਨ੍ਹਾਂ ਦਾ ਪਿਛਲਾ ਪਿਛੋਕੜ ਜਿਹੜਾ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਮਿਲਦਾ ਵਾ ਜੀ। ਤੇ ਜੇ ਤੁਸੀਂ 25 ਮਾਫੀਆਂ ਮੰਗ ਕੇ ਜਿਹੜੇ ਆਏ ਨੇ ਉਹਨਾਂ ਨੂੰ ਵਾਰਸਾਂ ਬਣਾਓਗੇ ਤੇ ਉਹ ਲੋਕ ਬਰਦਾਸ਼ਤ ਨਹੀਂ ਕਰਨਗੇ। ਅੱਜ ਨਹੀਂ ਕੱਲ ਨਹੀਂ ਪਰਸੋਂ ਲੋਕ ਉੱਠਣਗੇ ਤੇ ਫਿਰ ਉਹ ਆਪਣਾ ਜਦ ਲੋਕਾਂ ਦਾ ਆਵਾਜ਼ ਉੱਠਦਾ ਵਾ ਤੇ ਫਿਰ ਉਹ ਤੁਹਾਨੂੰ ਪਤਾ ਹੀ ਜੋ ਹੁੰਦਾ ਜੀ। ਬਿਲਕੁਲ, ਜਲ੍ਹਿਆਂਵਾਲੇ ਬਾਗ ਨੂੰ ਲੈ ਕੇ ਜਿਹੜਾ ਕਾਫੀ ਮਾਮਲਾ ਗਰਮਾ ਗਿਆ ਸੀਗਾ ਤੇ ਭਗਵੰਤ ਮਾਨ ਨੇ ਜਿਹੜਾ ਹੈ ਉਹ ਹਰਸਿਮਰਤ ਬਾਦਲ ਦੇ ਉੱਤੇ ਵੀ ਨਿਸ਼ਾਨੇ ਜਿਹੜੇ ਆ ਉਹ ਸਾਧੇ। ਸੋ ਅਗਲੀ ਖਬਰ ਦੇ ਉੱਤੇ ਚਰਚਾ ਕਰਾਂਗੇ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸਿਰਫ 14 ਮਿੰਟ ਚੱਲਿਆ ਤੇ ਇਸ ਦੇ ਵਿੱਚ 5 ਦਿੱਗਜ ਜਿਹੜੇ ਆ ਉਹ ਗੈਰ ਹਾਜ਼ਰ ਰਹੇ। ਸੋ ਪੱਟੀ ਸਾਹਿਬ, ਕੀ ਕਾਰਨ 14 ਮਿੰਟ ਚੱਲਣ ਦਾ ਤੇ 5 ਦਿੱਗਜ ਕਿਹੜੇ ਸੀਗੇ ਜਿਹੜੇ ਗੈਰ ਹਾਜ਼ਰ ਸੀਗੇ? ਜਲ੍ਹਿਆਂਵਾਲੇ ਬਾਗ ਦੀ ਆਪਣੀ ਸਦੀ ਜੇ ਵਿਧਾਨ ਸਭਾ ਦੀ ਗੱਲ ਕੀਤੀ ਜਾਵੇ ਜੀ, ਵਿਧਾਨ ਸਭਾ ਦਾ ਸੈਸ਼ਨ ਸਿਰਫ ਕੱਲ 14 ਮਿੰਟ ਚੱਲਿਆ ਜੀ, ਕਿਉਂਕਿ ਇਹਨਾਂ ਨੇ ਕੋਈ ਸੰਨ 2000 ਤੋਂ ਇੱਕ ਪਿਰਤ ਪਾਤੀ ਵੀ ਪਹਿਲੇ ਦਿਨ ਤੁਸੀਂ ਜਿਹੜੇ ਸਾਡੇ ਵਿਛੜ ਚੁੱਕੇ ਨੇ ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕਰਕੇ ਤੇ ਕੰਮ ਖਤਮ ਕਰ ਕੀਤਾ। ਲੇਕਿਨ ਤੁਸੀਂ 1979 ਤੱਕ, ਮੇਰੇ ਖਿਆਲ 1951 ਤੋਂ ਲੈ ਕੇ 1979 ਤੱਕ, ਉਦੋਂ ਤੋਂ ਲੈ ਕੇ 89 ਤੱਕ ਇਹਦੇ ਵਿੱਚ ਜਲ੍ਹਿਆਂਵਾਲੇ ਬਾਗ ਦੇ ਵਿੱਚ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਜਿਹੜਾ ਸੀ ਕੰਮ ਹੁੰਦਾ ਰਿਹਾ। ਕੰਮ ਕੀਤਾ ਜਾਣਾ ਚਾਹੀਦਾ ਵਾ ਜੀ, ਕਿਉਂਕਿ ਇੱਕ ਦਿਨ ਦਾ ਖਰਚਾ 70 ਲੱਖ ਰੁਪਇਆ ਵਿਧਾਨ ਸਭਾ ਦਾ ਪੈਂਦਾ ਜੀ। ਤੇ ਉੱਥੇ ਗੱਲਾਂ ਕੀ ਕੀਤੀਆਂ ਜਾਂਦੀਆਂ, ਤੂੰ ਕਰਕੇ ਤੂੰ ਮਾੜਾ ਤੂੰ ਚੰਗਾ, ਕੰਮ ਦੀ ਗੱਲ ਤੇ ਕਰਦਾ ਹੀ ਕੋਈ ਨਹੀਂ ਉੱਥੇ ਜੀ। ਜੇ ਜਲ੍ਹਿਆਂਵਾਲੇ ਬਾਗ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਚੰਗੀ ਗੱਲ ਸੋਜੀ ਵਿਧਾਨ ਸਭਾ ਦੇ ਵਿੱਚ ਜੀ। ਵਿਧਾਨ ਸਭਾ ਦੇ ਵਿੱਚ ਜੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ, ਜਿਹੜੇ ਲੋਕ ਮਰ ਗਏ ਨੇ, ਸ਼ਹੀਦ ਹੋ ਗਏ ਜਾਂ ਜੋ ਮਰਜ਼ੀ ਕਹਿ ਲਈ ਆਪਾਂ, ਜਿਵੇਂ ਫਤਿਹ ਵੀਰ ਆ ਜਾਂ ਹੋਰ ਸਾਡੇ ਜਿਹੜੇ ਪਿਛਲੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟੀ ਕੀਤੀ, ਚੰਗੀ ਗੱਲ ਆ ਜੀ। ਲੇਕਿਨ ਸਭ ਤੋਂ ਵੱਡੀ ਗੱਲ ਇਹ ਆ, ਪਿਛਲੇ 2 ਮਹੀਨਿਆਂ 'ਚ 100 ਕਿਸਾਨ ਜਿਹੜਾ ਖੁਦਕੁਸ਼ੀ ਕਰ ਗਿਆ ਜੀ, ਉਹਨਾਂ ਨੂੰ ਸ਼ਰਧਾਂਜਲੀ ਕਿਉਂ ਨਹੀਂ ਭੇਟੀ ਕੀਤੀ ਜੀ? ਮੰਗ ਕੀਤੀ ਕਿ ਵਿਰੋਧੀ ਪਾਰਟੀ ਨੇ, ਲੇਕਿਨ ਹਾਕਮ ਤੇਰੇ ਤੇ ਕੰਨ ਤੇ ਜੂੰ ਨਹੀਂ ਸਰਕੀ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਚਾਹੀਦਾ ਇਹ ਆ ਕੈਪਟਨ ਅਮਰਿੰਦਰ ਸਿੰਘ ਨੂੰ ਅੱਗੇ ਤੋਂ ਪਹਿਲੇ ਦਿਨ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ 10 ਮਿੰਟ ਤੋਂ ਬਾਅਦ ਫਿਰ ਰੂਟੀਨ ਦਾ ਕੰਮ ਕੀਤਾ ਜਾਵੇ ਤੇ ਖਰਚਾ ਬਚਾਇਆ, ਜਿਹੜਾ ਖਰਚਾ ਵੱਧ ਪੈਂਦਾ ਵਾ ਉਹ ਘਟਾਇਆ ਜਾਵੇ ਜੀ। ਪੱਟੀ ਸਾਹਿਬ, ਘੱਟ ਗਿਣਤੀਆਂ ਦੇ ਉੱਤੇ ਹਮਲਾ ਜਿਹੜਾ ਆ ਉਹ ਕੀਤਾ ਜਾ ਰਿਹਾ ਆ। ਗੱਲ ਕਰੀਏ ਜੇਕਰ ਸਰਕਾਰ ਦੀ, ਤਾਂ ਰਾਜ ਸਭਾ ਦੇ ਵਿੱਚ ਉਹ ਬਿੱਲ ਪਾਸ ਹੋ ਗਿਆ ਆ ਜਿਸ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਅੱਤਵਾਦੀ ਗਰਦਾਨਿਆ ਜਾ ਸਕਦਾ। ਬੀਜੇਪੀ ਦੀ ਪਾਲਿਸੀ ਹੈ ਜੀ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੰਦਾ ਵੀ ਉਹਨਾਂ ਦੇ ਖਿਲਾਫ ਬੋਲੇਗਾ, ਭਾਵੇਂ ਘੱਟ ਗਿਣਤੀ ਹੋਵੇ ਤੇ ਭਾਵੇਂ ਵੱਧ ਗਿਣਤੀ ਹੋਵੇ, ਜਿਹੜਾ ਬੰਦਾ ਬੀਜੇਪੀ ਸਰਕਾਰ ਦੇ ਖਿਲਾਫ ਬੋਲੇਗਾ, ਉਹਦੀਆਂ ਨੀਤੀਆਂ ਦੇ ਖਿਲਾਫ ਬੋਲੇਗਾ, ਉਹਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਜੇਲ੍ਹ 'ਚ ਬੰਦ ਕੀਤਾ ਜਾਏ। ਇਹ ਪ੍ਰਕਿਰਿਆ ਮਾਰੀ ਹੈ ਜੀ, ਇਹ ਜ਼ਿਆਦਾ ਦੇਰ ਨਹੀਂ ਚੱਲਣੀ। ਇਹ ਅਸੀਂ ਮੁੜ ਕੇ ਫਿਰ ਅਰਾਜਕਾਂ ਨੂੰ ਸੱਦਾ ਦੇ ਰਹੇ ਹਾਂ, ਜੰਗਲ ਰਾਜ ਨੂੰ ਸੱਦਾ ਦੇ ਰਹੇ ਹਾਂ ਜੀ। ਹਿੰਦੁਸਤਾਨ ਤੋਂ ਅੱਗੇ ਹਾਲਤ ਮਾੜੀ ਆ, ਤੇ ਜੇ ਇਹ ਹਾਲਤ ਮਰ ਗਈ ਇਸ ਵੇਲੇ, ਸਾਡੀ ਆਰਥਿਕਤਾ ਜਿਸ ਤਰੀਕੇ ਨਾਲ ਆ ਗਈ, 7ਵੇਂ ਸਥਾਨ 'ਤੇ ਆ ਗਏ ਅਸੀਂ ਅੱਜ ਜੀ। ਜੇ 7ਵੇਂ ਸਥਾਨ 'ਤੇ ਆ ਗਏ ਆ ਤੇ ਫਿਰ ਮੈਂ ਸੋਚਦਾ ਹਾਂ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਵਾ, ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਜੇ ਤੇ ਇਮਾਨਦਾਰੀ ਨਾਲ ਕੰਮ ਕਰਨ ਤਾਂ ਫਿਰ ਤੇ ਠੀਕ ਆ ਜੀ, ਤੇ ਜੇ ਬਦਲਾ ਲਓ ਭਾਵਨਾ ਨਾਲ ਕੀਤਾ ਤੇ ਫਿਰ ਦੇਸ਼ ਦੇ ਵਿੱਚ ਅਰਾਜਕਤਾ ਫੈਲੇਗੀ। ਉਹਦੇ ਲਈ ਜ਼ਿੰਮੇਵਾਰ ਬੀਜੇਪੀ ਹੋਏਗੀ। ਬੀਜੇਪੀ ਨੇ ਕਹਿ ਦਿੱਤਾ ਵੀ ਅੱਗੇ ਹੁੰਦਾ ਸੀ ਕਿ ਜਥੇਬੰਦੀ ਆ ਜੀ, ਇਹ ਅੱਤਵਾਦੀ ਜਥੇਬੰਦੀ ਆ ਜੀ। ਹੁਣ ਇਹ ਕਿਹਾ ਇੰਡੀਵਿਜੂਅਲ ਵੀ ਅੱਤਵਾਦੀ ਹੋ ਸਕਦਾ ਵਾ, ਉਹਨੂੰ ਉਹ ਸਜ਼ਾ ਦਿੱਤੀ ਜਾਊਗੀ ਜੋ ਜਥੇਬੰਦੀ ਦੇ ਵਰਕਰ ਨੂੰ ਦਿੱਤੀ ਜਾਂਦੀ ਜੀ, ਉਹਦੇ ਕਾਰਕੁਨ ਨੂੰ ਦਿੱਤੀ ਜਾਂਦੀ ਆ। ਇਸ ਕਰਕੇ ਮੈਂ ਸੋਚਦਾ ਵੀ ਬੀਜੇਪੀ ਕਰੇ, ਲੇਕਿਨ ਸੋਚ ਸਮਝ ਕੇ ਇਹਦਾ ਸਿਆਸੀ ਲਾਹਾ ਨਾ ਲੈ, ਸਿਆਸੀਕਰਨ ਨਾ ਕਰੇ। ਜੇ ਕੀਤਾ ਤੇ ਹਾਲਤ ਮਾੜੀ ਹੋਈ। ਪੱਟੀ ਸਾਹਿਬ, ਅਮਰਨਾਥ ਯਾਤਰਾ ਰੋਕ ਦਿੱਤੀ ਗਈ ਆ। ਕਸ਼ਮੀਰ ਦੇ ਵਿੱਚ ਕਿਸੇ ਵੱਡੀ ਕਾਰਵਾਈ ਦੇ ਹੋਣ ਦਾ ਅੰਦੇਸ਼ਾ ਪ੍ਰਗਟਾਇਆ ਜਾ ਰਿਹਾ ਆ। ਅਮਰਨਾਥ ਯਾਤਰਾ ਦੇ ਦੌਰਾਨ ਵੀ ਹਥਿਆਰ ਜਿਹੜੇ ਆ ਉਹ ਕੁਝ ਮਿਲੇ ਆ। ਸੋ ਤੁਸੀਂ ਕਿਵੇਂ ਦੇਖ ਰਹੇ ਹੋ ਕਸ਼ਮੀਰੀਆਂ ਦੇ ਉੱਤੇ ਇੱਕ ਵੱਡੀ ਕਾਰਵਾਈ ਹੋਣ ਦੀ ਜਿਹੜੀ ਚਰਚਾ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਹੀ ਆ, ਜਦੋਂ ਰੇਲ ਮਹਿਕਮੇ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਸੀਗੀ ਤੇ ਹੁਣ ਕਿਹਾ ਗਿਆ ਟੂਰਿਸਟ ਜਿਹੜੇ ਆ ਉੱਥੇ ਜਾਂਦੇ ਆ ਘੁੰਮਣ ਫਿਰਨ, ਉਹਨਾਂ ਨੂੰ ਕਿਹਾ ਕਿ ਤੁਸੀਂ ਕੁਝ ਦਿਨਾਂ ਦੇ ਵਿੱਚ ਇੱਥੋਂ ਚਲੇ ਜਾਓ, ਕਸ਼ਮੀਰ ਦੇ ਵਿੱਚ ਬਾਹਰ ਦਾ ਵਿਅਕਤੀ ਕੋਈ ਨਹੀਂ ਹੋਣਾ ਚਾਹੀਦਾ। ਸੋ ਕੀ ਕਾਰਵਾਈ ਕੀਤੀ ਜਾ ਰਹੀ ਆ, ਕਿਵੇਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ, ਇਸ ਦੇ ਨਾਲ ਭਾਰਤ ਦੇ ਵਿੱਚ ਕੀ ਅਸਰ ਇਸ ਚੀਜ਼ ਦਾ ਨਜ਼ਰ ਆ ਸਕਦਾ ਆ? ਬੀਜੇਪੀ ਨੂੰ ਪਤਾ ਨਹੀਂ ਕਾਹਲੀ ਕਾਹਦੀ ਹੈ ਜੀ।
ਤੁਹਾਡੇ ਕੋਲ ਆਪਣੀਆਂ 303 ਸੀਟਾਂ ਨੇ ਜੀ, ਤੁਹਾਡੇ ਭਾਈ ਵਾਲਿਆਂ ਦੀਆਂ ਮਿਲਾ ਕੇ ਤੁਹਾਡੇ ਕੋਲ 352 ਸੀਟਾਂ ਨੇ, ਫਿਰ ਵੀ ਤੁਸੀਂ ਰੋਜ਼ ਬਿੱਲ ਪਾਸ ਕਰ ਰਹੇ ਹੋ। ਆ ਵੀ ਬਿੱਲ ਪਾਸ ਕਰਤਾ, ਪਤਾ ਨਹੀਂ ਕਾਲੀ ਨਹੀਂ ਕਾਲੀ 'ਚ ਕਿਉਂ ਲੈ ਰਿਹਾ। ਚਾਹੀਦਾ ਇਹ ਆ ਵੀ ਇਹਦੀ ਇੱਕ ਐਡਵਾਈਜ਼ਰੀ ਕਮੇਟੀ ਬਣਾ ਕੇ ਪਹਿਲਾਂ ਉਸ ਬਿੱਲ 'ਤੇ ਬੜਾ ਡੂੰਘਾਈ ਨਾਲ ਵਿਚਾਰ ਕੀਤਾ ਜਾਵੇ, ਉਹਦੇ ਵਿੱਚ ਵਿਰੋਧੀ ਧਿਰ ਦੇ ਮੈਂਬਰ ਵੀ ਸ਼ਾਮਲ ਹੋਣ, ਬੁੱਧੀਜੀਵੀ ਵਰਗ ਵੀ ਹੋਵੇ, ਵਕੀਲ ਵੀ ਹੋਣ, ਜੱਜ ਵੀ ਹੋਣ, ਉਹਦੇ ਵਿੱਚ ਪਹਿਲਾਂ ਪੂਰਾ ਡਿਸਕਸ ਕੇ ਫਿਰ ਬਣਾਇਆ ਜਾਵੇ। ਲੇਕਿਨ ਉਹ ਕੁਛ ਨਹੀਂ ਕੀਤਾ ਜਾ ਰਿਹਾ। ਇਹ ਹਰ ਰੋਜ਼ ਜਿਹੜੇ ਬਿੱਲ ਪਾਸ ਕੀਤੇ ਜਾ ਰਹੇ ਨੇ, ਇਹ ਵੀ ਕਿਸੇ ਮਾੜੇ ਸਮੇਂ ਦਾ ਸੰਕੇਤ ਨੇ। ਅਮਰਨਾਥ ਯਾਤਰਾ ਦੀ ਗੱਲ ਕਰਦੇ ਆਪਾਂ। ਅਮਰਨਾਥ ਯਾਤਰਾ ਦੀ ਸਸਪੈਂਡ ਕਰਨ ਦਾ ਜਿਹੜਾ ਸੀ, ਇਹ ਚੱਲਣੀ ਸੀ 15 ਅਗਸਤ ਤੱਕ, 1 ਜੂਨ ਤੋਂ ਲੈ ਕੇ 15 ਅਗਸਤ ਤੱਕ ਚੱਲਣੀ ਸੀ, ਤੇ 5 ਲੱਖ ਦੇ ਕਰੀਬ ਜਿਹੜੇ ਸੀ ਸਾਡੇ ਸ਼ਰਧਾਲੂ, ਉਹਨਾਂ ਨੇ ਉੱਥੇ ਦਰਸ਼ਨ ਕਰਨੇ ਸੀ ਬਰਫਾਨੀ ਬਾਬੇ ਦੇ। ਹੁਣ ਤੱਕ 3,42,000 ਜਿਹੜੇ ਲੋਕ ਨੇ ਉਹ ਦਰਸ਼ਨ ਕਰ ਚੁੱਕੇ ਨੇ। ਲੇਕਿਨ ਇਮੀਡੀਏਟਲੀ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਪਣਾ ਸਾਰਾ ਬੋਰੀਆ ਬਸਤਾ ਚੁੱਕੋ ਤੇ ਇਮੀਡੀਏਟਲੀ ਵਾਪਸ ਆਪਣੇ ਘਰਾਂ ਚਲ ਜਾਓ। ਹਾਲਾਤ ਮਾੜੇ ਆ, ਕੋਈ ਪਤਾ ਲੱਗਾ ਵੀ ਬੜਾ ਤਕੜਾ ਕੋਈ ਅਟੈਕ ਹੋ ਸਕਦਾ ਜੀ, ਅਟੈਕ ਨਹੀਂ ਹੋ ਰਿਹਾ, ਉਹਦੇ ਕਾਰਨ ਨੇ 28,000 ਫੋਰਸਸ ਜਿਹੜੀਆਂ ਉੱਥੇ ਹੋਲਾ ਦਿੱਤੀਆਂ ਗਈਆਂ ਨੇ ਜੀ। ਜਿਹੜਾ ਏਅਰਪੋਰਟ ਉਹ ਬੰਦ ਕਰ ਦਿੱਤਾ ਗਿਆ ਸ਼੍ਰੀਨਗਰ ਜੀ। ਹੁਣ ਲੋਕ ਜਿਹੜੇ ਉਹ ਗੱਡੀਆਂ ਹੀ ਆਉਣਗੇ, ਗੱਡੀਆਂ ਜਾ ਕੇ ਆਪਣੇ ਘਰਾਂ ਜਾਣਗੇ। ਇਹਨਾਂ ਦੀ ਪਾਲਿਸੀ ਕੀ ਹੈ ਜੀ, ਜੋ ਅੰਦਾਜ਼ਾ ਲਾਇਆ ਜਾ ਰਿਹਾ, ਕਿਆ ਲਾਇਆ ਜਾ ਰਿਹਾ। ਇਹ ਚਾਹੁੰਦੇ ਵੀ 370 ਧਾਰਾ ਤੇ 35 ਇਹ ਧਾਰਾ ਜੰਮੂ ਕਸ਼ਮੀਰ 'ਚੋਂ ਖਤਮ ਕੀਤੀ ਜਾਵੇ। ਕਰੋ ਖਤਮ, ਵਿਰੋਧ ਨਹੀਂ ਕਰਦੇ। ਲੇਕਿਨ ਇਹ ਦੋਵੇਂ ਧਾਰਾ ਜਿਹੜੀਆਂ ਵਾ ਸਾਡੇ ਕੌਂਸਟੀਟਿਊਸ਼ਨ ਦੇ ਮੁਤਾਬਕ ਜੀ, ਸਾਡੇ ਨਿਯਮਾਂ ਦੇ ਮੁਤਾਬਕ ਉੱਥੋਂ ਦੇ ਸਿਆਸੀ ਆਗੂਆਂ ਤੇ ਲੋਕਾਂ ਨੂੰ ਪੁਰਸ਼ੇ ਲਿਆ ਬਗੈਰ ਤੋਂ ਖਤਮ ਨਹੀਂ ਕੀਤੀ ਜਾ ਸਕਦੀ। ਲੇਕਿਨ ਬੀਜੇਪੀ ਚਾਹੁੰਦੀ ਆ ਜੀ ਵੀ ਜਿਹੜਾ JNK ਆ, ਜਿਹੜਾ ਜੰਮੂ ਕਸ਼ਮੀਰ ਆ ਜੀ, ਇਹਦਾ ਇਲਾਕਾ ਜਿਹੜਾ ਵਾ ਇਹਨੂੰ ਇੱਕ ਸਟੇਟ ਲਾਂ ਦਿੱਤਾ ਜਾਵੇ। ਜਿਹੜੀ ਕਸ਼ਮੀਰ ਆ ਇਹਨੂੰ ਯੂਨੀਅਨ ਟੈਰੀਟਰੀ ਬਣਾਇਆ ਜਾਵੇ ਜੀ। ਜੇ ਯੂਨੀਅਨ ਟੈਰੀਟਰੀ ਬਣਾਉਂਦੇ ਤੇ ਫਿਰ ਸਿੱਧੀ ਕੇਂਦਰ ਦੇ ਅਧੀਨ ਹੋਏਗੀ। ਸਭ ਕੁਤਾਰੀਆਂ ਜਿਹੜੀਆਂ ਹੈਗੀਆਂ ਸਹੂਲਤਾਂ ਖਤਮ ਜੀ। ਤੇ ਜਦੋਂ ਇਹ ਗੱਲ ਹੋਏਗੀ ਤੇ ਕਸ਼ਮੀਰ ਦੇ ਵਿੱਚ ਗੜਬੜ ਹੋਣੀ ਸੰਭਾਵਨਾ ਪੂਰੀ ਦੀ ਪੂਰੀ ਹੈ ਜੀ। ਕੱਲੀ ਕਸ਼ਮੀਰ ਨਹੀਂ, ਹਿੰਦੁਸਤਾਨ ਦੇ ਕਈ ਮੈਂ ਸਕਦਾ ਵੀ ਜਗ੍ਹਾ ਦੇ ਉੱਤੇ ਜਿਹੜੀਆਂ ਇੰਪੋਰਟੈਂਟ ਜਗ੍ਹਾ ਵਾ, ਉੱਥੇ ਵੀ ਕੋਈ ਘਟਨਾ ਵਾਪਰ ਸਕਦੀਆਂ ਜੀ। ਜੇ ਕਿਤੇ ਇਹ ਇੰਟਰਨੈਸ਼ਨਲ ਮੁੱਦਾ ਬਣ ਗਿਆ ਜੀ ਤੇ ਸਰਕਾਰ ਨੂੰ ਫਿਰ ਜਵਾਬ ਦੇਣਾ ਪਏਗਾ। ਸਰਕਾਰ ਕੋਲ ਇਹਦਾ ਜਵਾਬ ਕੋਈ ਨਹੀਂ ਹੋਏਗਾ। ਦੂਜੇ ਪਾਸੇ ਜਿਹੜੇ ਕੱਲ੍ਹ ਤੱਕ ਕਹਿੰਦੇ ਸੀ ਵੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੀ ਮੈਨੂੰ ਮੋਦੀ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਵਿਚੋਲਗੀ ਕਰਕੇ ਤੇ ਕਸ਼ਮੀਰ ਦਾ ਮਸਲਾ ਨਿਬੇੜ ਦਿਓ ਜੀ। ਲੇਕਿਨ ਅੱਜ ਟਰੰਪ ਨੇ ਇਹ ਗੱਲ ਕਹੀ ਹੈ ਵੀ ਜੇ ਮੈਨੂੰ ਕਹਿਣਗੇ ਤੇ ਮੈਂ ਵਿਚੋਲਗੀ ਕਰੂੰਗਾ। ਜੇ ਇਹਦਾ ਮਤਲਬ ਇਹ ਆ ਵੀ ਮੋਦੀ ਸਾਹਿਬ ਨੇ ਪਹਿਲਾਂ ਉਹਨੂੰ ਇਸ਼ਾਰਾ ਦਿੱਤਾ ਵਿਚੋਲਗੀ ਕਰਨ ਦਾ, ਤੇ ਫਿਰ ਉਹ ਕਹਿ ਰਿਹਾ ਜੀ। ਪਹਿਲਾਂ ਕਹਿੰਦੇ ਸੀ ਇਮਰਾਨ ਖਾਨ ਦਾ ਸਵਾਗਤ ਹੀ ਕੀਤਾ ਕਿ ਜਦੋਂ ਆਪਣੇ ਦੇ ਭੀੜ ਬੜੀ ਇਮਰਾਨ ਖਾਨ ਨੂੰ ਭੁੱਲ ਗਏ, ਮੁੜ ਕੇ ਆਪਣੇ ਸਪਸ਼ਟੀਕਰਨ ਦਿੰਦੇ ਰਹੇ। ਹੁਣ ਮੈਂ ਸੋਚਦਾ ਵੀ ਜੇ ਕਿਤੇ BJP ਸਰਕਾਰ ਨੇ ਉੱਥੇ ਅਜਿਹੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਬਾਹਰ ਦੀਆਂ ਫੋਰਸਸ ਵੀ, ਬਾਹਰਲੇ ਕੰਟਰੀ ਵੀ ਰੌਲਾ ਪਾਉਣਗੇ ਜੀ। ਔਰ ਘੱਟੋ ਘੱਟ 40-42 ਕੰਟਰੀ ਜਿਹੜੇ ਮੁਸਲਿਮ ਕੰਟਰੀ ਹੈਗੇ ਨੇ, ਜਿਹਦੇ ਵਿੱਚੋਂ ਅੱਧੇ ਬਹੁਤੇ ਕੰਟਰੀ ਜਿਹੜੇ ਕਸ਼ਮੀਰ ਦੇ ਹੱਕ 'ਚ ਨੇ ਜੀ। ਤੇ ਜੇ ਇਹ ਰੌਲਾ ਪੈਂਦਾ ਤਾਂ ਉੱਥੇ ਵੀ ਰੌਲਾ ਪਊਗਾ। 25 ਕਰੋੜ ਮੁਸਲਮਾਨ ਸਾਡੇ ਹਿੰਦੁਸਤਾਨ ਦੇ ਵਿੱਚ। ਉਹ ਅਕਬਰੁੱਦੀਨ ਨੇ ਕਹਿ ਦਿੱਤਾ ਸੀਗਾ ਜੀ, ਉਹਨੇ ਕਿਹਾ ਤੁਸੀਂ 100 ਕਰੋੜ ਹੋ, ਅਸੀਂ 25 ਕਰੋੜ ਆ, ਪੁਲਿਸ ਪਾਸੇ ਕਰ ਦਿਓ। ਅੱਜ ਉਹ ਵੇਖ ਲਓ ਸਾਡੇ ਨਾਲ ਕਿਹੜਾ ਤਕੜਾ ਵਾ। ਇਸ ਕਰਕੇ ਜੇ ਇਹ ਕੰਮ ਕਰਨ ਜਾ ਰਹੀ ਆ BJP ਜੀ, ਤੇ ਇਹਨੂੰ ਮੁੜ ਵਿਚਾਰ ਕਰਨਾ ਚਾਹੀਦਾ। ਉੱਥੇ ਹਾਲਾਤ ਨਹੀਂ ਖਰਾਬ ਕਰਨੇ ਚਾਹੀਦੇ। ਉੱਥੋਂ ਦੀਆਂ ਲੋਕਾਂ ਦੀਆਂ ਭਾਵਨਾ ਨੂੰ ਮੁੱਖ ਰੱਖ ਕੇ ਕਾਰਜ ਕੀਤਾ ਜਾਣਾ ਚਾਹੀਦਾ ਜੀ। ਭੱਟੀ ਸਾਹਿਬ, ਘੱਟ ਗਿਣਤੀਆਂ ਦੀ ਗੱਲ ਫੇਰ ਕਰੀਏ ਤਾਂ ਘੱਟ ਗਿਣਤੀਆਂ ਦੇ ਜਿਹੜੇ ਕਾਤਲ ਹੁੰਦੇ ਆ ਜਾਂ ਉਹਨਾਂ ਦੇ ਧਰਮ ਦੀ ਬੇਅਦਬੀ ਕਰਨ ਵਾਲਿਆਂ ਨੂੰ CBI ਕਿਉਂ ਨਹੀਂ ਲੱਭ ਸਕਦੀ, ਜਾਂ ਕਿਉਂ ਨਹੀਂ ਉਸ ਦੇ ਉੱਤੇ ਪੂਰੇ ਅੱਛੇ ਤਰੀਕੇ ਨਾਲ ਕਾਰਵਾਈ ਕੀਤੀ ਜਾਂਦੀ, ਜਿਹੜੀ ਆ ਖੋਜਬੀਨ ਕੀਤੀ ਜਾਂਦੀ? ਸਾਡੇ ਸਾਹਮਣੇ ਆ ਜੀ। CBI ਜਿਹੜੀ 2012 ਦੇ ਵਿੱਚ ਸੁਪਰੀਮ ਕੋਰਟ ਨੇ ਕਹਿਤਾ ਸੀ ਵੀ CBI ਨੂੰ ਇੱਕ ਲਾਂਤ ਪਾਈ ਸੀ ਉਹਨਾਂ ਵੀ ਤੁਸੀਂ ਤੇ ਹੁਣ ਜਿਹੜਾ ਵਾ ਕੇਂਦਰ ਸਰਕਾਰ ਦੇ ਪਿੰਜਰੇ ਦਾ ਤੋਤਾ ਬਣ ਕੇ ਰਹਿ ਗਏ ਜੀ। ਕਿਸੇ ਵੇਲੇ CBI ਜਿਹੜੀ ਸਾਡੀ ਬੜੀ ਤਕੜੀ ਏਜੰਸੀ ਹੁੰਦੀ ਸੀ ਜੀ, ਲੋਕ ਵਿਸ਼ਵਾਸ CBI ਤੇ ਕਰਦੇ ਸੀ ਜੀ। ਹੁਣ ਉਹ ਵਿਸ਼ਵਾਸ ਲੋਕਾਂ ਦਾ ਉੱਡ ਪੁੱਡ ਗਿਆ ਵਾ ਜੀ। ਹੁਣ CBI ਨੇ, ਜੇ ਅਸੀਂ ਪੰਜਾਬ ਦੇ ਹਾਲਾਤਾਂ ਦੀ ਮਾੜੀ ਦੀ ਗੱਲ ਕਰ ਲਈਏ ਜੀ, ਖਾਲੜੇ ਨੇ ਜੋ ਕੀਤਾ, ਜਸਵੰਤ ਸਿੰਘ ਖਾਲੜੇ ਨੇ ਜੋ ਕੀਤਾ ਜੀ, ਉਹਦੀ ਬਦੌਲਤ ਜਿਹੜੇ ਸੀ ਕੋਰਟ ਤੋਂ ਆਰਡਰ ਹੋਏ CBI ਨੂੰ ਪੰਜਾਬ ਦੇ ਵਿੱਚ ਜਿਹੜੇ 25,000 ਲਾਸ਼ਾਂ ਜੀ ਨਿਵਾਸ ਕੇ ਸਾੜੀਆਂ ਗਈਆਂ, ਉਹਨਾਂ ਦੀ ਪੜਤਾਲ ਕੀਤੀ ਜਾਵੇ। ਸਿਰਫ ਤੇ ਸਿਰਫ CBI ਨੇ ਉਹੀ ਲਾਸ਼ਾਂ ਦੀ ਪਛਾਣ ਕੀਤੀ ਜੀ
ਜਿਹੜੀਆਂ ਜਸਵੰਤ ਸਿੰਘ ਖਾਲੜਾ ਨੇ ਆਪਣੇ ਤੌਰ ਤੇ ਲੱਭੀਆਂ ਸੀ ਜਾਂ ਖਾਲਸਾ ਮਿਸ਼ਨ ਆਰਗੇਨਾਈਜੇਸ਼ਨ ਉਹਨਾਂ ਦੀ ਪਤਨੀ ਪਰਮਜੀਤ ਕੌਰ ਨੇ ਲੱਭੀਆਂ ਸੀ ਜੀ। ਬਾਕੀ ਕਿਸੇ ਨੇ ਕੋਈ ਗੱਲ ਕੀ ਕਾਰਵਾਈ ਨਹੀਂ ਕੀਤੀ। ਇਹਦਾ ਮਤਲਬ ਸੀਬੀਆਈ ਜਿਹੜਾ ਇਹ ਕੰਮ ਕਰਕੇ ਰਾਜੀ ਨਹੀਂ ਜੀ। ਹੁਣ ਤੁਸੀਂ ਦੂਜੇ ਪਾਸੇ ਚੱਲ ਜਾਓ, ਸੌਦਾ ਸਾਹਿਬ ਦੇ ਕੇਸ ਚੱਲ ਜਾਓ ਜੀ, ਜਿਹੜੇ ਬਾਬਾ ਰਾਮ ਰਹੀਮ ਉਹਦੇ ਕੇਸ ਦੇ ਵਿੱਚ ਚੱਲ ਜਾਓ। ਸੀਬੀਆਈ ਨੂੰ ਇਹ ਪੜਤਾਲ ਦਿੱਤੀ ਵੀ ਤੁਸੀਂ ਆ ਬੰਦੇ ਲੱਭੋ, ਇਹ ਕਿੱਥੇ ਨੇ, ਇਹ ਕਿਵੇਂ ਬੇਅਦਬੀ ਹੋਈ ਜੀ। ਉਹ ਕਹਿੰਦੇ ਜੀ ਉੱਥੇ ਤਾਂ ਸਾਨੂੰ ਮਿਲ ਹੀ ਕੁਛ ਨਹੀਂ ਰਿਹਾ ਜੀ। ਜੇ ਮਿਲ ਨਹੀਂ ਕੇ ਰਿਹਾ ਤੇ ਭਾਈ ਇੰਨਾ ਸਮਾਂ ਬਰਾਤ ਕੋ ਕੀਤਾ ਤੁਸੀਂ। ਜੇ ਮੁਸਲਮਾਨਾਂ ਦੀ ਕੋਈ ਗੱਲ ਆਉਂਦੀ ਆ ਉੱਥੇ ਵੀ ਇਹ ਸੀਬੀਆਈ ਜਿਹੜੀ ਪੱਲਾ ਧੜਕੇ ਆ ਜਾਂਦੀ ਹੈ। ਉਹ ਜਿਹੜੀ ਕੁੜੀ ਬਲਾਤਕਾਰ ਹੋਇਆ ਵਾ ਜੀ, ਉਹਦੇ ਵਿੱਚ ਢਿੱਲੀ ਕਾਰਗੁਜ਼ਾਰੀ ਹੈ ਜੀ। ਉਲਟਾ ਸੀਬੀਆਈ ਨੇ ਸੁਪਰੀਮ ਕੋਰਟ ਦੇ ਐਪਲੀਕੇਸ਼ਨ ਦੇ ਦਿੱਤੀ ਆ ਵੀ ਇਹ ਕੇਸ ਜਿਹੜਾ ਵਾ ਦਿੱਲੀ ਟ੍ਰਾਂਸਫਰ ਨਾ ਕੀਤਾ ਜਾਵੇ। ਉੱਥੋਂ ਤੱਕ ਕਹਿ ਦਿੱਤਾ ਵੀ ਜਿਹੜੀ ਉਹ ਕੁੜੀ ਦਾ ਇਲਾਜ ਆ ਉਹ ਲਖਨਊ 'ਚੋਂ ਦਿੱਤਾ ਹੋਵੇ ਚਲੇ। ਉਹ ਡਾਕਟਰਾਂ ਦੀ ਰਿਪੋਰਟ ਚਲੋ ਆ ਗਈ, ਉਹਨਾਂ ਕਹਿਤਾ ਵੀ ਉਹ ਕੁੜੀ ਜਿਹੜੀ ਆ ਉਹਨੂੰ ਜਿਹੜੀ ਆ ਆਕਸੀਜਨ ਲੱਗੀ ਆ, ਆਕਸੀਜਨ ਜੇ ਲੈ ਕੇ ਜਾਵਾਂਗੇ ਤਾਂ ਨੁਕਸਾਨ ਹੋ ਸਕਦਾ ਵਾ, ਇਸੇ ਕਰਕੇ ਹਾਲੀ ਇੱਥੇ ਰਹਿਣ ਦਿੱਤਾ ਜਾਵੇ। ਤੇ ਸੁਪਰੀਮ ਕੋਰਟ ਨੇ 15 ਦਿਨ ਟਾਈਮ ਦਿੱਤਾ ਉਹਨਾਂ ਨੂੰ। ਜਿਹੜਾ ਉਹਦਾ ਚਾਚਾ ਸੀ ਕੁੜੀ ਦਾ ਉਹਦੇ ਬਾਰੇ ਸੁਪਰੀਮ ਕੋਰਟ ਨੇ ਆਰਡਰ ਕਰ ਦਿੱਤੇ ਆ ਵੀ ਇਹਨੂੰ ਤਿਹਾੜ ਜੇਲ੍ਹ ਸ਼ਿਫਟ ਕੀਤਾ ਜਾਵੇ ਕਿਉਂਕਿ ਉੱਥੇ ਉਹਦੇ ਖਤਰਾ ਵਾ। ਉੱਥੇ ਵੀ ਸੀਬੀਆਈ ਨੇ ਕਿਹਾ ਕੋਈ ਖਤਰਾ ਨਹੀਂ ਇੱਥੇ ਨਹੀਂ ਹੈਗਾ ਜੀ। ਇਸੇ ਕਰਕੇ ਸੀਬੀਆਈ ਜਿਹੜੀ ਆ ਉਹ ਸਰਕਾਰ ਦਾ ਤੋਤਾ ਬਣ ਚੁੱਕੀ ਆ। ਘੱਟ ਗਿਣਤੀਆਂ ਨੂੰ ਇਨਸਾਫ ਨਹੀਂ ਦੇ ਸਕਦੀ। 2 ਕੇਸ ਮੈਂ ਤੁਹਾਨੂੰ ਆਪਣੇ ਪੰਜਾਬ ਦੇ ਗਿਣਾਤੇ ਆ, ਸਿੱਖਾਂ ਦੇ ਗਿਣਾਤੇ ਆ, ਤੇ ਫਿਰ ਸੀਬੀਆਈ ਕਿੱਥੋਂ ਨਿਰਪੱਖ ਜਾਂਚ ਕਰ ਲੂਗੀ ਜੀ। ਭੱਟੀ ਸਾਹਿਬ, ਘਰੋਂ ਭੱਜ ਕੇ ਵਿਆਹ ਜਿਹੜੇ ਕਰਾਉਣ ਵਾਲੇ ਉਹਨਾਂ ਦੇ ਉੱਤੇ ਵੀ ਹਾਈ ਕੋਰਟ ਨੇ ਜਿਹੜੀ ਆ ਰੋਕ ਲਗਾਈ ਆ, ਕੀ ਕਿਵੇਂ ਦੇਖਦੇ ਹੋ ਇਸ ਨੂੰ, ਕੀ ਕਾਰਨ ਨੇ? ਜਿਹੜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੋਕ ਲਗਾਈ ਆ, ਉਹਨੇ ਇੰਨੀ ਗੱਲ ਕਹੀ ਜਿਹੜੇ ਘਰੋਂ ਭੱਜ ਕੇ ਸ਼ਾਦੀ ਕਰਾਉਂਦੇ ਆ ਉਹਨਾਂ ਦੀਆਂ ਸ਼ਾਦੀਆਂ ਪੰਚਕੂਲਾ, ਚੰਡੀਗੜ੍ਹ ਤੇ ਮੋਹਾਲੀ ਦੇ ਗੁਰਦੁਆਰਿਆਂ 'ਚ ਨਹੀਂ ਹੋਣਗੀਆਂ ਜੀ। ਕਿਉਂਕਿ ਜਦੋਂ ਉਹ ਜਾਂਦੇ ਉੱਥੇ ਜਿਹੜੇ ਉਹ ਭਾਈ ਨੇ ਵਕੀਲਾਂ ਨਾਲ ਰਲ ਕੇ ਲੁੱਟਮਾਰ ਵੀ ਕਰਦੇ ਆ। ਘੱਟੋ ਘੱਟ 65 ਹਜ਼ਾਰ ਰੁਪਈਆ, ਲੱਖ ਰੁਪਈਆ ਉਹਨੂੰ ਕੋਈ ਸ਼ਾਦੀ ਦਾ ਕਿਤੇ ਲੈਂਦੇ ਆ ਜੀ। ਤੇ ਸੀਬੀਆਈ ਨੇ ਗੱਲ ਕਹੀ ਭਾਈ ਤੁਸੀਂ ਇਹ 3 ਥਾਵਾਂ ਤੇ ਸ਼ਾਦੀਆਂ ਲਾਵਾਂ ਨਹੀਂ ਕਰਨੀਆਂ ਕਿ ਇਹ ਰਲ ਕੇ ਲੁੱਟਦੇ ਨੇ, ਤੁਸੀਂ ਬਾਹਰ ਸ਼ਾਦੀ ਆਪਣੇ ਲਾਵਾਂ ਕਰਕੇ ਉਹਦੀ ਵੀਡੀਓ ਲੈ ਕੇ ਆ ਜਾਓ, ਸਭ ਕੁਝ ਲੈ ਕੇ ਆ ਜਾਓ, ਅਸੀਂ ਤੁਹਾਨੂੰ ਜਿਹੜੀ ਸਿਕਿਉਰਿਟੀ ਦੇਵਾਂਗੇ ਜੀ। ਲੇਕਿਨ ਇਹਨਾਂ ਤਿੰਨ ਜਗ੍ਹਾ ਦੇ ਉੱਤੇ ਜੇ ਕੋਈ ਕਰਦਾ ਵਾ ਇਹੋ ਜਿਹੀ ਸ਼ਾਦੀ, ਉਹ ਪ੍ਰਵਾਨ ਨਹੀਂ ਕੀਤੀ ਜਾਊਗੀ। ਤੇ ਜਿਹੜਾ ਵਕੀਲ ਕਰਾਏਗਾ, ਜਿਹੜਾ ਭਾਈ ਕਰਾਏਗਾ, ਉਹਦੇ ਖਿਲਾਫ ਜਿਹੜਾ ਕਾਨੂੰਨ ਅਨੁਸਾਰ ਐਕਸ਼ਨ ਲਿਆ ਜਾਏਗਾ। ਸੋ ਭੱਟੀ ਸਾਹਿਬ, ਅਗਲੀ ਗੱਲ ਕਰਾਂ ਤਾਂ ਢੀਂਡਸਾ ਜਿਹੜੇ ਉਹਨਾਂ ਨੂੰ ਵਿਧਾਇਕ ਦਲ ਦਾ ਜਿਹੜਾ ਨੇਤਾ ਆ ਉਹ ਬਣਾਇਆ ਗਿਆ ਆ, ਕੀ ਕਾਰਨ ਆ? ਵੱਡੇ ਢੀਂਡਸਾ ਸਾਹਿਬ ਦੀ ਜਿਹੜੀ ਨਾਰਾਜ਼ਗੀ ਸੀਗੀ ਉਹ ਵੀ ਕੀ ਹੁਣ ਦੂਰ ਕਰ ਲਈ ਗਈ ਆ, ਜਾਂ ਹੁਣ ਜਿਹੜੇ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਨੂੰ ਵਿਧਾਇਕ ਦਲ ਦਾ ਲੀਡਰ ਬਣਾ ਕੇ ਤੇ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਢੀਂਡਸਾ ਪਰਿਵਾਰ ਨੂੰ? ਪਹਿਲੀ ਗੱਲ ਤੇ ਇਹ ਜੀ ਸੀਨੀਅਰਤਾ ਦੇ ਹਿਸਾਬ ਨਾਲ ਜਿਹੜਾ ਸੀ ਉਹਦਾ ਹੱਕ ਬਣਦਾ ਸੀ ਜੀ। ਦੂਸਰੀ ਚੀਜ਼ ਵੀ ਜਿਹੜਾ ਬਿਕਰਮ ਸਿੰਘ ਮਜੀਠੀਆ ਉਹਦਾ ਵਿਰੋਧ ਬਹੁਤ ਆ, ਉਹਦਾ ਹਾਕਮ ਧਿਰ 'ਚ ਵੀ ਵਿਰੋਧ ਆ ਜੀ, ਆਪਣੇ ਅਕਾਲੀ ਦਲ 'ਚ ਵੀ ਵਿਰੋਧ ਆ। ਬਹੁਤ ਸਾਰੇ ਐਮਐਲਏ ਨਹੀਂ ਚਾਹੁੰਦੇ ਸੀ ਵੀ ਉਹ ਵਿਰੋਧੀ ਦਲ ਦਾ ਨੇਤਾ ਬਣੇ, ਉਹਨੇ ਬੜੀ ਕੋਸ਼ਿਸ਼ ਕੀਤੀ ਆ। ਲੇਕਿਨ ਵੱਡੇ ਬਾਦਲ ਸਾਹਿਬ ਦੇ ਕਹਿਣ ਦੇ ਉੱਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਜਿਹੜਾ ਅਕਾਲੀ ਦਲ ਦੇ ਵਿਧਾਇਕ ਦਲ ਦਾ ਜਿਹੜਾ ਨੇਤਾ ਬਣਾਇਆ ਗਿਆ ਵਿਧਾਨ ਸਭਾ 'ਚ ਜੀ, ਮੈਂ ਸੋਚਦਾ ਇਹਦੇ ਨਾਲ ਇੱਕ ਤੀਰ ਨਾਲ ਕਈ ਨਿਸ਼ਾਨੇ ਕੀਤੇ ਜੀ। ਪਹਿਲਾਂ ਤੇ ਇਹ ਨਿਸ਼ਾਨਾ ਕੀਤਾ ਵੀ ਜਿਹੜਾ ਮਜੀਠੇ ਨੇ ਪੁੱਛ ਚੁੱਕੀ ਸੀ ਮੈਂ ਬਣਨਾ ਜੀ, ਉਹਨੂੰ ਚੁੱਕ ਕੇ ਪਾਸੇ ਕਰ ਦਿੱਤਾ ਜੀ ਜੀ। ਦੂਸਰਾ ਉਹਨਾਂ ਇਹ ਕੀਤਾ ਵੀ ਜਿਹੜੇ ਵੱਡੇ ਢੀਂਡਸਾ ਸਾਹਿਬ ਸੀਗੇ ਨਾਰਾਜ਼ ਬੈਠੇ ਸੀ ਜੀ, ਉਹਨਾਂ ਨੂੰ ਖੁਸ਼ ਕਰ ਲਿਆ ਵੀ ਤੁਹਾਡੇ ਪਰਿਵਾਰ ਦੇ ਬੰਦੇ ਨੂੰ, ਤੁਹਾਡੇ ਬੇਟੇ ਨੂੰ ਅਸੀਂ ਵੇਖੋ ਕਲਗੀ ਲਾਤੀ ਆ ਜੀ, ਅਕਾਲੀ ਦਲ ਦੇ ਵਿਧਾਇਕ ਦਾ ਨੇਤਾ ਜੀ। ਤੀਜੀ ਉਹਨਾਂ ਇਹ ਗੱਲ ਕੀਤੀ ਵੀ ਢੀਂਡਸਾ ਸਾਹਿਬ ਬਾਕੀਆਂ ਨੂੰ ਸ਼ਰੀਫ ਆ, ਕੋਈ ਫਾਲਤੂ ਕਰਨ ਵਾਲਾ ਬੰਦਾ ਨਹੀਂ, ਨਾਪ ਤੋਲ ਕੇ ਗੱਲ ਕਰਨ ਵਾਲਾ ਬੰਦਾ ਵਾ। ਤੇ ਲੀਡਰ ਚਾਹੀਦਾ ਇਹੋ ਜਿਹਾ ਜਿਹੜਾ ਨਾਪ ਤੋਲ ਕੇ ਗੱਲ ਕਰਨ ਵਾਲਾ ਹੋਵੇ, ਤੇ ਜਿਹੜਾ ਉਹੋ ਜਿਹਾ ਭੌਂਕਾ ਹੋਵੇ ਉਹਦੇ ਨੂੰ ਬਣਾਉਣ ਦੇ ਨਾਲ ਜਿਹੜਾ ਉਹ ਪਾਰਟੀ ਦਾ ਨੁਕਸਾਨ ਹੁੰਦਾ ਜੀ। ਤੇ ਬਿਕਰਮ ਮਜੀਠੀਆ ਦੇ ਜੋ ਨਸ਼ਿਆਂ ਦੇ ਲੱਗੇ ਆ, ਤਸਕਰੀ ਦੇ ਦੋਸ਼ ਲੱਗੇ ਨੇ, ਜੇ ਕੱਲ ਨੂੰ ਕਿਤੇ ਉਹ ਕੀ ਚੱਲ ਪੈਂਦਾ ਤੇ ਫਿਰ ਬਦਨਾਮੀ ਪਾਰਟੀ ਦੀ ਹੋਣੀ ਸੀ। ਇਸ ਕਰਕੇ ਮੈਂ ਸੋਚਦਾ ਵੀ ਅਕਾਲੀ ਦਲ ਨੇ ਬੜੇ ਅੱਛੇ ਸਮੇਂ ਤੇ ਅੱਛਾ ਫੈਸਲਾ ਲਿਆ ਵਾ। ਇਹਦੇ ਤੇ ਅਸੀਂ ਸੁਖਬੀਰ ਸਿੰਘ ਬਾਦਲ ਨੂੰ, ਵੱਡੇ ਬਾਦਲ ਨੂੰ ਵਧਾਈ ਵੀ ਦਿੰਦੇ ਜੀ। ਬਿਲਕੁਲ। ਭੱਟੀ ਸਾਹਿਬ, ਅਗਲੀ ਗੱਲ ਕਰਾਂ ਤਾਂ ਦਮਦਮੀ ਟਕਸਾਲ ਤੇ ਨਿਹੰਗਾਂ ਦੇ ਵਿਚਾਲੇ ਇੱਕ ਝੜਪ ਹੋਈ ਮਹਿਤਾ ਦੇ ਵਿੱਚ, ਜਿਸ ਦੀ ਵੀਡੀਓ ਵੀ ਕਿਸੇ ਨੇ ਬਣਾਈ ਆ, ਨਿਊਜ਼ ਚੈਨਲਾਂ ਦੇ ਉੱਤੇ ਵੀ ਚੱਲ ਰਹੀ ਹੈ। ਇਸ ਤਕਰਾਰ ਦਾ ਕਾਰਨ ਜਿਹੜਾ ਉਹ ਕੀ ਰਿਹਾ ਆ? ਇਹ ਤਕਰਾਰ ਦਾ ਕਾਰਨ ਇਹ ਜੀ ਬਾਬਾ ਪਾਲਾ ਸਿੰਘ ਦਾ ਜਿਹੜੇ ਪਿੱਛੇ ਚੜ੍ਹਾਈ ਕਰ ਗਿਆ ਜੀ ਜੀ, ਤੇ ਉਹਨਾਂ ਨੇ ਗਊਆਂ ਪਾਲੀਆਂ ਨੇ ਜੀ। ਇੱਕ ਤਰਨਾ ਦਲ ਦਾ ਡੇਰਾ ਵਾ ਉੱਥੇ ਆਪਣੇ ਤੁਹਾਡੇ ਮਹਿਤੇ ਦੇ ਵਿੱਚ। ਜਦੋਂ ਇਹ ਗਊਆਂ ਚਾਰਨ ਵਾਸਤੇ ਲੈ ਕੇ ਆਏ, ਇਹ ਲੈ ਕੇ ਜਾ ਰਹੇ ਸੀ ਤੇ ਬਾਬੇ ਧੂਮੇ ਦੇ, ਬਾਬੇ ਹਰਨਾਮ ਸਿੰਘ ਧੂਮੇ ਦੇ ਬੰਦਿਆਂ ਨੇ ਗਾਵਾਂ ਰੋਕੀਆਂ। ਉਹਨੇ ਕਿਹਾ ਜੀ ਸੜਕ ਤੇ ਗਾਵਾਂ ਜਾ ਰਹੀਆਂ, ਤੁਹਾਡਾ ਨੁਕਸਾਨ ਨਹੀਂ ਕਰ ਰਹੀਆਂ, ਜੇ ਤੁਹਾਡਾ ਨੁਕਸਾਨ ਕਰੀਏ ਤਾਂ ਦੱਸੋ ਤੁਸੀਂ।
ਉਹ ਕਹਿੰਦੇ ਨਹੀਂ ਜਾਣ ਦੇਣੀਆਂ, ਹਰ ਵੀ ਤੁਸੀਂ ਲੈ ਕੇ ਜਾਂਦੇ ਹੋ, ਸਾਡਾ ਨੁਕਸਾਨ ਹੁੰਦਾ ਇੱਧਰ, ਅਸੀਂ ਨਹੀਂ ਜਾਣ ਦੇਣੀਆਂ। ਇਸ ਗੱਲ ਤੋਂ ਦੋਹਾਂ ਧਿਰਾਂ ਤਤਕਾਰ ਹੋ ਗਿਆ। ਗਾਵਾਂ ਤਾਂ ਫਿਰ ਫਸਲ 'ਚ ਵੜਨਾ ਸੀਗਾ, ਗੋਲੀਆਂ ਚੱਲੀਆਂ। ਹੁਣ ਜਿਹੜੇ ਬਾਬਾ ਗੱਜਣ ਸਿੰਘ ਦੇ ਬੰਦੇ ਗਾਵਾਂ ਵਾਲੇ ਜਿਹੜੇ ਨੇ, ਉਹ ਕਹਿੰਦੇ ਸਾਡੇ ਕੋਲ ਹਥਿਆਰ ਕਦੀ ਹੈਗਾ ਨਹੀਂ, ਕਈ ਗੋਲੀ ਕਿੱਥੇ ਚਲਾਉਣੀ ਅਸੀਂ। ਗੋਲੀਆਂ ਚੱਲੀਆਂ, 7 ਬੰਦੇ ਫੱਟੜ ਹੋਏ ਦੋਵਾਂ ਧਿਰਾਂ 'ਚੋਂ। ਫਿਰ ਇਹ ਜਿਹੜੇ ਬਾਬੇ ਗੱਜਣ ਸਿੰਘ ਹੋਰੀ ਨੇ, ਤਰਨਾ ਦਲ ਵਾਲੇ, ਇਹਨਾਂ ਉੱਥੇ ਰਾਤੀ ਧਰਨਾ ਵੀ ਦਿੱਤਾ। SOC ਨੇ ਕਹਿ ਕੇ ਅੱਗ ਚਕਾਤਾ। ਲੇਕਿਨ ਗੱਲ ਮਾੜੀ ਆ, ਬਾਬੇ ਹਰਨਾਮ ਸਿੰਘ ਧੁੰਮਾ ਨੂੰ ਜਿਹੜਾ ਵਾ ਵਿੱਚ ਪੈ ਕੇ ਟਕਸਾਲ ਦੇ ਮੁਖੀ ਤੁਸੀਂ, ਇਹ ਦੋਵਾਂ ਦਾ ਸਮਝੌਤਾ ਕਰਾਉਣਾ ਚਾਹੀਦਾ। ਕਿਉਂਕਿ ਭਰਾ ਮਾਰੂ ਜੰਗ ਵਾਲੇ ਪਾਸੇ ਨਾ ਵਧੋ ਜੀ, ਦੋਵੇਂ ਤੁਸੀਂ ਪੰਥਕ ਹੋ, ਲੋਕ ਤਮਾਸ਼ਾ ਵੇਖਣਗੇ, ਫਾਇਦਾ ਕੋਈ ਨਹੀਂ ਹੋਊਗਾ ਜੀ। ਇਸੇ ਗੁਰਦੁਆਰੇ ਦੇ ਵਿੱਚ ਇੱਕ ਵਾਰੀ ਇਹ ਆ ਗਏ ਸੀ, ਮੁਛੋਰੀ ਆ ਗਏ, ਇਹਨਾਂ ਨੇ ਆ ਕੇ ਉੱਥੋਂ ਦਰਬਾਰ ਜਿਹੜਾ ਸੀ ਉਹ ਚੁੱਕ ਲਿਆ, ਆਪਣਾ ਉਹ ਮਹਾਰਾਜ ਦੀ ਬੀੜ ਚੁੱਕ ਲਈ ਵੀ ਤੁਸੀਂ ਸੰਭਾਲੀ ਚੰਗੀ ਤਰ੍ਹਾਂ ਕਰਦੇ, ਸਤਿਕਾਰ ਕਮੇਟੀ ਵਾਲੇ ਜੀ। ਤੇ ਉੱਥੇ ਉਹਨਾਂ ਕੁੱਟੇ ਵੀ ਗੇਰੀ ਨਾ, ਕੁੱਟਣ ਤੋਂ ਬਾਅਦ ਪਰਚਾ ਵੀ ਹੈ, ਪਰਚਾ ਹੋ ਕੇ ਅੰਦਰ ਵੀ ਗਿਆ, ਮੁੜ ਕੇ ਬਾਅਦ 'ਚ ਰਾਜੀਨਾਮਾ ਹੋਇਆ ਤੇ ਫਿਰ ਜਾ ਕੇ ਉਹ ਬਰੀ ਹੋਏ ਜੀ। ਇਸੇ ਕਰਕੇ ਮੈਂ ਸੋਚਦਾ ਬਾਬਿਆਂ ਨੂੰ ਵੀ ਚਾਹੀਦਾ ਵਾ ਅਕਲ ਤੋਂ ਕੰਮ ਲੈਣ। ਜੇ ਉਹਨਾਂ ਰੋਕਿਆ ਸੀ, ਵਾਕਿਆ ਹੀ ਫਸਲਾਂ ਇਸ ਵੇਲੇ ਦੋਹੀਂ ਪਾਸੇ ਸੜਕਾਂ ਹੈਗੀਆਂ, ਡੰਗਰ ਕਿਸੇ ਵੇਲੇ ਵੀ ਵੜ ਸਕਦੇ ਵਿੱਚ, ਜੇ ਵੜ ਸਕਦੇ ਨੁਕਸਾਨ ਹੋਏਗਾ। ਇਹਨਾਂ ਨੂੰ ਕੋਈ ਖੁੱਲ੍ਹੀ ਜਗ੍ਹਾ ਜਾ ਕੇ ਚਲਾਓ ਤੇ ਬਾਕੀ ਬਾਬਾ ਧੁੰਮਾ ਜੀ ਮਿਹਰਬਾਨੀ ਕਰਕੇ ਦੋਵਾਂ ਤਰ੍ਹਾਂ ਦੇ ਵਿੱਚ ਪੈ ਕੇ ਰਾਜੀਨਾਮਾ ਕਰਨ, ਚੰਗੀ ਗੱਲ ਜੀ। ਪਾਟੀ ਸਾਹਿਬ, ਨਗਰ ਕੀਰਤਨ ਜਿਹੜਾ ਹੈ ਉਹ ਨਨਕਾਣਾ ਸਾਹਿਬ ਤੋਂ ਆਇਆ ਵਾ, ਬੜਾ ਸੰਗਤਾਂ ਨੇ ਸਤਿਕਾਰ ਜਿਹੜਾ ਆ ਉਹ ਦਿੱਤਾ ਆ। ਉਹ ਪਹਿਲੇ ਦਿਨ ਵੀ ਜਿੱਦਣ ਨਗਰ ਕੀਰਤਨ ਆਇਆ ਆ ਉੱਥੋਂ 10 ਵਜੇ ਚੱਲਿਆ ਤੇ ਕਰੀਬ ਸਵੇਰ ਦੇ 5:30 ਵੱਜ ਕੇ ਸੰਗਤਾਂ, ਇੰਨੀ ਜ਼ਿਆਦਾ ਸੰਗਤ ਜਿਹੜੀ ਆ ਉਹ ਸੜਕਾਂ ਦੇ ਉੱਤੇ ਸੀਗੀ। 5:30 ਵਜੇ ਸਵੇਰੇ ਦਰਬਾਰ ਸਾਹਿਬ ਪਹੁੰਚਿਆ। ਕੱਲ੍ਹ ਦਰਬਾਰ ਸਾਹਿਬ ਤੋਂ 10 ਵਜੇ ਫਿਰ ਰਵਾਨਾ ਹੋਇਆ ਤੇ ਰਾਤੀ ਵੀ 11 ਵਜੇ ਅਜੇ ਅੱਧ 'ਚ ਸੀਗਾ। ਸੋ ਇਸ ਦਾ ਲਾਭ ਜਿਹੜਾ ਆ ਉਹ ਕੀ ਸਮਝਦੇ ਹੋ ਤੁਸੀਂ, ਨਗਰ ਕੀਰਤਨ ਦਾ ਜਿਹੜਾ ਆ ਉਹ ਹੋਵੇਗਾ ਜਾਂ ਹੋਣ ਵਾਲਾ ਆ? ਜਿੱਥੋਂ ਤੱਕ ਮੇਰਾ ਖਿਆਲ ਆ ਜੀ, ਇਹ ਨਗਰ ਕੀਰਤਨ ਦਾ ਲਾਭ ਤਾਂ ਕੋਈ ਹੋਣਾ ਨਹੀਂਗਾ। ਸ਼੍ਰੋਮਣੀ ਕਮੇਟੀ ਦੀ ਗੋਲਕ ਜ਼ਰੂਰ ਭਰ ਜਾਏਗੀ ਜੀ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਇਹੋ ਜਿਹਾ ਕੋਈ ਪ੍ਰੋਗਰਾਮ ਨਹੀਂ ਬਣਾਇਆ ਵੀ ਰਸਤੇ ਵਿੱਚ ਜਿੱਥੇ ਅਸੀਂ ਨਗਰ ਕੀਰਤਨ ਖੜਾ ਕਰਾਂਗੇ ਰਾਤ ਨੂੰ, ਉਸ ਦਰਬਾਰ ਦੇ ਵਿੱਚ ਉੱਥੇ ਇੱਕ ਅਸੀਂ ਦੀਵਾਨ ਲਾਵਾਂਗੇ, ਉੱਥੇ ਅੰਮ੍ਰਿਤ ਛਕਾਵਾਂਗੇ, ਲੋਕੇ ਢਾਡੀ ਜਿੱਥੇ ਲਾਵਾਂਗੇ ਅਸੀਂ, ਕਵੀਸ਼ਰ ਜਿੱਥੇ ਲਾਵਾਂਗੇ ਅਸੀਂ, ਉਹਦਾ ਇਹੋ ਜਿਹਾ ਕੋਈ ਪ੍ਰੋਗਰਾਮ ਨਹੀਂ ਹੈਗਾ। ਸਵਾਏ ਨਗਰ ਕੀਰਤਨ ਸੜਕਾਂ 'ਤੇ ਚੱਲ ਰਿਹਾ, ਰੋਕ ਆਉਂਦੇ ਆ, ਮੱਥਾ ਟੇਕਦੇ ਆ, ਫੁੱਲੀਆਂ ਦੇ ਪ੍ਰਸ਼ਾਦ ਲੈ ਕੇ ਤੁਰੇ ਜਾਂਦੇ ਆ। ਸ਼੍ਰੋਮਣੀ ਕਮੇਟੀ ਦੀ ਗੋਲਕ ਤੇ ਵਾਧਾ ਹੋ ਸਕਦਾ ਵਾ ਜੀ, ਲੇਕਿਨ ਉੱਦਾਂ ਮੈਂ ਨਹੀਂ ਸੋਚਦਾ ਵੀ ਸ਼੍ਰੋਮਣੀ ਕਮੇਟੀ ਦਾ ਇਹ ਨਗਰ ਕੀਰਤਨ ਕੋਈ ਬਹੁਤਾ ਫਾਇਦਾ ਹੋਵੇ ਜੀ। ਜੇ ਨਗਰ ਕੀਰਤਨ ਕਰਨਾ ਵਾ, ਇਹ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣ ਲੱਗਾ। ਜਦੋਂ ਐਮਰਜੈਂਸੀ ਮੋਰਚਾ ਲੱਗਾ, ਐਮਰਜੈਂਸੀ ਦੇ ਮੋਰਚੇ ਦੇ ਵਿੱਚ ਅਕਾਲੀਆਂ ਦੇ ਕੋਲੇ ਰੋਜ਼ 5 ਬੰਦੇ ਜਿਹੜੇ ਗ੍ਰਿਫਤਾਰੀ ਵਾਸਤੇ ਦੇਣ ਵਾਸਤੇ ਨਹੀਂ ਆਉਂਦੇ, ਇੱਕ ਕੋਈ ਸਿੱਖ ਫੜ ਲੈਂਦੇ ਸੀ ਜੀ, ਤੇ 4 ਬੰਦੇ ਜਿਹੜੇ ਪ੍ਰਵਾਸੀ ਭਈਏ ਹੁੰਦੇ ਸੀ, ਉਹਨਾਂ ਨੂੰ ਆ ਧਵਾ ਕੇ ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਦੇ ਸਿਰ ਤੇ ਪਟਕੇ ਬੰਨ੍ਹ ਕੇ ਨਾਲ ਤੋੜਦੇ ਸੀ। ਇਹ ਹਾਲਤ ਹੋ ਗਈ ਸੀ ਉਦੋਂ ਜੀ। ਫਿਰ ਇਹ ਗਏ ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਕੋਲ, ਦਮਦਮੀ ਟਕਸਾਲ ਵਾਲੇ ਕੋਲੇ ਜੀ, ਵੀ ਬਾਬਾ ਜੀ ਸਾਡੀ ਮਦਦ ਕਰੋ, ਤੁਹਾਡੇ ਬੜੇ ਚੇਲੇ ਹੈਗੇ ਆ। ਉਸ ਟਾਈਮ ਤੇ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਨੇ ਸਾਰੇ ਪੰਜਾਬ ਦੇ ਵਿੱਚ 37 ਨਗਰ ਕੀਰਤਨ ਕੱਢੇ। ਉਹਨਾਂ ਨਗਰ ਕੀਰਤਨ 'ਚ ਪ੍ਰਚਾਰ ਇੰਨਾ ਕੀਤਾ ਵੀ ਲੱਖਾਂ ਲੋਕਾਂ ਨੂੰ ਅੰਮ੍ਰਿਤ ਛਕਾਇਆ ਜੀ, ਸਿੱਖ ਇਤਿਹਾਸ ਬਾਰੇ ਜਾਣੂ ਕਰਾਇਆ, ਉਹਨਾਂ ਨੂੰ ਗੁਰਬਾਣੀ ਨਾਲ ਜੋੜਿਆ। ਤੇ ਬਾਬਾ ਜੀ ਦੇ ਕਹਿਣ ਦੇ ਉੱਤੇ ਲੋਕਾਂ ਨੇ ਵਹੀਰਾਂ ਘਾਤੀਆਂ ਤੇ ਲੱਖਾਂ ਬੰਦੇ ਆ ਗਏ, ਅਸੀਂ ਜਾਂਦੇ ਅਸੀਂ ਜਾਂਦੇ ਅਸੀਂ ਜੀ। ਜੇ ਸ਼੍ਰੋਮਣੀ ਕਮੇਟੀ ਨੇ ਕੁਛ ਕਰਨਾ ਵਾ, ਇਸ ਤਰ੍ਹਾਂ ਦਾ ਕੁਛ ਕਰੇ, ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕੁਛ ਕਰੇ। ਇਹ ਨਹੀਂ ਵੀ ਤੁਸੀਂ ਸੜਕ ਤੇ ਮਹਾਰਾਜ ਦੀ ਬੀੜ ਲੈ ਕੇ ਤੁਰੇ ਜਾਂਦੇ ਹੋ, ਸ਼ਬਦ ਚੱਲੀ ਜਾਂਦੇ ਆ, ਲੋਕ ਵੇਖੀ ਜਾਂਦੇ ਆ, ਮੱਥਾ ਟੇਕੀ ਜਾਂਦੇ ਆ, ਤੁਸੀਂ ਫੁੱਲੀਆਂ ਪਤਾਸੇ ਪ੍ਰਸਾਦ ਦੇਈ ਜਾਂਦੇ ਹੋ, ਉਹ ਪੈਸੇ ਚੜੇ ਜਾਂਦੇ। ਗੋਲਕ ਨਾ ਪੜੋ, ਇਹ ਤੋਂ ਧਰਮ ਦਾ ਪ੍ਰਚਾਰ ਜਿਹੜਾ ਆ ਉਹ ਵੀ ਨਾਲ, ਧਰਮ ਪ੍ਰਚਾਰ ਨਾਲ ਲੋਕਾਂ ਦਾ ਜਿਹੜਾ ਸੀ ਉਹਨਾਂ ਜਾਗਰਤੀ ਪੈਦਾ ਕਰੋ ਜੀ। ਸੋ ਬਿਲਕੁਲ ਇਹ ਸਨ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ, ਜਿਨ੍ਹਾਂ ਨਾਲ ਅਸੀਂ ਚਰਚਾ ਕੀਤੀ ਖਬਰਾਂ ਦੇ ਉੱਤੇ। ਬੜੀਆਂ ਅਹਿਮ ਖਬਰਾਂ ਸੀਗੀਆਂ ਸਾਰੀਆਂ ਹੀ, ਜਿਨ੍ਹਾਂ ਦੇ ਉੱਤੇ ਅੱਜ ਚਰਚਾ ਕੀਤੀ ਗਈ ਪ੍ਰੋਗਰਾਮ ਕਰੰਟ ਅਫੇਅਰ ਦੇ ਵਿੱਚ। ਸੋ ਇਸ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਇਸ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਈਏ। ਸੋ ਇੱਥੇ ਹੀ ਤੁਹਾਡੇ ਤੋਂ ਆਗਿਆ ਚਾਹਾਂਗੇ ਤੇ ਬੁਲਾਵਾਂਗੇ। ਇੱਥੇ ਹੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ